ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਦੀਵੀ ਸੁੱਖ ਚਾਹੁੰਦਾ ਹੈ ਤਾਂ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਣਾ ਕਰ। ਪਰ ਸ਼ਰਨ ਦੇ ਵਿੱਚ ਪੈ ਕੇ ਆਤਮਿਕ ਸੁੱਖ, ਸਦੀਵੀ ਸੁੱਖ ਜਿਹੜਾ ਹੈ ਇਹ ਹਜ਼ੂਰ ਕਹਿੰਦੇ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੇ ਵਿੱਚ ਹੀ ਮਿਲ ਸਕਦਾ ਹੈ। ਇਸ ਸੰਸਾਰ ਦੇ ਵਿੱਚ ਬੇਅੰਤ ਸਰੀਰ ਹਨ, ਬੇਅੰਤ ਜੂਨਾਂ ਹਨ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਰ ਜਿਹੜੀ ਮਨੁੱਖਾ ਦੇ ਤੇਰੇ ਕੋਲ ਹੈ, ਜਿਹੜਾ ਸਰੀਰ ਤੇਰੇ ਕੋਲ ਹੈ, ਇਹ ਬੜਾ ਦੁਰਲੱਭ ਹੈ, ਬੜਾ ਕੀਮਤੀ ਹੈ। ਕਿਉਂਕਿ ਜਿੰਨੇ ਵੀ ਪਸ਼ੂ ਨੇ, ਜਿੰਨੇ ਵੀ ਪੰਛੀ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਭੋਗਦੇ ਨੇ, ਪਰ ਉਹਨਾਂ ਦਾ ਸੁੱਖ ਕਿਸੇ ਨਾ ਕਿਸੇ ਇੰਦਰੀ ਨਾਲ ਸੰਬੰਧਿਤ ਹੁੰਦਾ ਹੈ। ਉਹ ਇੰਦਰੀਆਂ ਦਾ ਸੁੱਖ ਭੋਗ ਸਕਦੇ ਨੇ, ਪਰ ਅੰਦਰ ਦਾ ਆਤਮਿਕ ਸੁੱਖ ਜਿਹੜਾ ਹੈ ਇਹ ਮੇਰੇ ਪਾਤਸ਼ਾਹ ਕਹਿੰਦੇ ਇਸ ਦੁਰਲੱਭ ਦੇ ਵਿੱਚ ਰਹਿ ਕੇ ਕੇਵਲ ਤੇ ਕੇਵਲ ਮਨੁੱਖ ਹੀ ਭੋਗ ਸਕਦਾ ਹੈ। ਹੁਣ ਵੇਖੋ ਗੁਰੂ ਪਿਆਰਿਓ, ਦੋ ਤਰ੍ਹਾਂ ਦਾ ਸੁੱਖ ਹੈ। ਦੋਨਾਂ ਤਰ੍ਹਾਂ ਦੇ ਸੁੱਖ ਦਾ ਜ਼ਿਕਰ ਮੇਰੇ ਸਤਿਗੁਰੂ ਸਾਹਿਬ ਨੇ ਬਾਣੀ ਵਿੱਚ ਕੀਤਾ ਹੈ। ਕਿਉਂਕਿ ਜਦੋਂ ਆਪਾਂ ਕਿਸੇ ਮਨੁੱਖ ਦੇ ਕੋਲੋਂ ਸੁੱਖ ਦੀ ਪਰਿਭਾਸ਼ਾ ਪੁੱਛਾਂਗੇ, ਉਹਦਾ ਸੁੱਖ ਹੋਏਗਾ ਕੇਵਲ ਤੇ ਕੇਵਲ ਇੰਦਰੀਆਂ ਦੇ ਨਾਲ ਸੰਬੰਧਿਤ, ਭਾਵ ਬਾਹਰ ਮੁਖੀ ਸੁੱਖ ਜਿਹਨੂੰ ਆਪਾਂ ਕਹਿੰਦੇ ਹਾਂ। ਸੰਸਾਰੀ ਬੰਦਾ ਬਾਹਰੀ ਸੁੱਖ ਨੂੰ ਹੀ ਸੁੱਖ ਸਮਝਦਾ ਹੈ, ਪਰ ਰੱਬ ਦੇ ਪਿਆਰੇ ਪਰਮਾਤਮਾ ਦੇ ਭਗਤ ਉਹ ਬਾਹਰੀ ਸੁੱਖ ਦੀ ਪਰਿਭਾਸ਼ਾ ਸੁੱਖ ਨਹੀਂ ਕਹਿੰਦੇ। ਉਹਨਾਂ ਵਾਸਤੇ ਸੁੱਖ ਦੀ ਪਰਿਭਾਸ਼ਾ ਕੋਈ ਹੋਰ ਹੈ, ਉਹ ਕਿਸੇ ਅੰਦਰ ਦੇ ਸੁੱਖ ਦੀ ਗੱਲ ਕਰਦੇ ਨੇ। ਹੁਣ ਵੇਖੋ ਭਗਤ ਕਬੀਰ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ। ਜੇ ਬਾਹਰੀ ਤੌਰ 'ਤੇ ਬਾਹਰ ਮੁਖੀ ਜੀਵਨ ਭਗਤ ਕਬੀਰ ਜੀ ਦਾ ਵੇਖੀਏ ਤਾਂ ਉਹਨਾਂ ਦੇ ਸਰੀਰ 'ਤੇ ਕਾਫੀ ਕਸ਼ਟ ਆਏ, ਦੁੱਖ ਆਇਆ, ਗਰੀਬੀ ਵੀ ਆਈ, ਪਰ ਬਾਣੀ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਤੇ ਅੱਜ ਤੱਕ ਨਹੀਂ ਲਿਖਿਆ ਵੀ ਮੈਂ ਦੁਖੀ ਹਾਂ। ਕਬੀਰ ਜੀ ਕਹਿੰਦੇ ਵੀ ਮੇਰੇ ਕੋਲ ਜਿਹੜਾ ਸੁੱਖ ਹੈ ਉਹ ਸੁੱਖ ਆ ਦੁਨਿਆਵੀ ਸੁੱਖ ਵਰਗਾ ਨਹੀਂ, ਉਸ ਸੁੱਖ ਦੀ ਪਰਿਭਾਸ਼ਾ ਕੋਈ ਵੱਖਰੀ ਹੈ। ਕਹਿੰਦੇ ਪਹਿਲੇ ਅੰਦਰ ਦੀ ਜਦੋਂ ਯਾਤਰਾ ਕੀਤੀ, ਅੰਦਰ ਇੱਕ ਪੜਚੋਲ ਕੀਤੀ ਤੇ ਪਤਾ ਲੱਗਿਆ ਵੀ ਅਸਲ ਵਿੱਚ ਸੁੱਖ ਕੀ ਹੈ। ਕਿਉਂਕਿ ਸਾਡੀ ਨਿਗਾਹ ਦੇ ਵਿੱਚ, ਸੰਸਾਰੀਆਂ ਦੀ ਨਿਗਾਹ ਦੇ ਵਿੱਚ ਸੰਸਾਰੀ ਪਦਾਰਥਾਂ ਦਾ ਮਿਲ ਜਾਣਾ ਹੀ ਸੁੱਖ ਹੈ। ਕਬੀਰ ਜੀ ਕਹਿੰਦੇ ਮੈਂ ਵੀ ਪਰਮਾਤਮਾ ਤੋਂ ਮੰਗਿਆ ਸੀ ਸੁੱਖ, ਪਰ ਉਹ ਸੁੱਖ ਬਾਹਰ ਮੁਖੀ ਸੀ, ਕਿਉਂਕਿ ਸੁੱਖ ਦੇ ਵਿੱਚੋਂ ਹੀ ਦੁੱਖ ਜਨਮ ਲੈਂਦਾ ਹੈ। ਤੇ ਕਹਿੰਦੇ ਜਦੋਂ ਇੱਦਾਂ ਦਾ ਸੁੱਖ ਪਰਮਾਤਮਾ ਤੋਂ ਮੰਗਿਆ ਤੇ ਉਹਦੇ ਵਿੱਚੋਂ ਪੈਦਾ ਹੋਇਆ ਦੁੱਖ, ਕਿਉਂਕਿ ਸੰਸਾਰੀ ਸੁੱਖ ਇੱਕ ਦਿਨ ਦੁੱਖ ਨੂੰ ਜਨਮ ਦਿੰਦੇ ਨੇ। ਕਬੀਰ ਜੀ ਕਹਿੰਦੇ ਫਿਰ ਮੈਂ ਪਰਮਾਤਮਾ ਤੋਂ ਉਹ ਸੁੱਖ ਦੁਬਾਰਾ ਕਦੇ ਨਹੀਂ ਮੰਗਿਆ। ਆ ਤੁਸੀਂ ਬਾਣੀ ਵਿੱਚ ਬਚਨ ਪੜ੍ਹਦੇ ਹੋ ਨਾ ਭਗਤ ਕਬੀਰ ਜੀ ਦਾ, ਕਹਿੰਦੇ ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁੱਖ ਹਮਹੁ ਨਾ ਮੰਗਿਆ ਭਾਵੈ। ਇੱਥੇ ਇਕੱਲੇ ਸੰਸਾਰੀ ਪਦਾਰਥਾਂ ਦਾ ਜ਼ਿਕਰ ਨਹੀਂ ਕੀਤਾ। ਉਹ ਕਹਿੰਦੇ ਵੀ ਚਲੋ ਮੰਨ ਲਓ ਕਿਸੇ ਕੋਲ ਸੰਸਾਰੀ ਪਦਾਰਥ ਜ਼ਿਆਦਾ ਆ ਗਏ, ਧਨ ਜ਼ਿਆਦਾ ਆ ਗਿਆ, ਦੌਲਤ ਜ਼ਿਆਦਾ ਆ ਗਈ, ਸਰੀਰਕ ਸੁੱਖ ਮਿਲ ਗਏ, ਭਗਤ ਜੀ ਕਹਿੰਦੇ ਕਿ ਉਹ ਸਦੀਵੀ ਸੁਖੀ ਹੋ ਗਏ। ਕਿਉਂਕਿ ਅੱਜ ਆਪਾਂ ਵੇਖਦੇ ਹਾਂ ਵੀ ਜਿਨ੍ਹਾਂ ਕੋਲ ਇੰਨੀ ਦੌਲਤ ਹੈ, ਇੰਨੀ ਮਾਇਆ ਹੈ, ਇੰਨੀ ਜ਼ਮੀਨ, ਇੰਨਾ ਪੈਸਾ, ਕਿ ਅਸੀਂ ਉਹਨਾਂ ਦੇ ਮੱਥੇ 'ਤੇ ਕਦੇ ਤਿਉੜੀ ਨਹੀਂ ਵੇਖੀ, ਜਾਂ ਕਿ ਅਸੀਂ ਉਹਨਾਂ ਦੀ ਅੱਖਾਂ ਵਿੱਚੋਂ ਵਹਿੰਦਾ ਕਦੇ ਹੰਝੂ ਨਹੀਂ ਵੇਖਿਆ। ਗੁਰੂ ਪਿਆਰਿਓ, ਸੁੱਖ ਦੀ ਪਰਿਭਾਸ਼ਾ ਬਾਣੀ ਨੇ ਇੱਕ ਵੱਖਰੇ ਸ਼ਬਦਾਂ ਵਿੱਚ ਕੀਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਅੱਜ ਦੇ ਸ਼ਬਦਾਂ ਅੰਦਰ ਬਚਨ ਕਰਦੇ ਨੇ, ਹਜ਼ੂਰ ਕਹਿੰਦੇ ਜੋ ਸੁੱਖ ਕਉ ਚਾਹੈ ਸਦਾ, ਸਦੀਵੀ ਸੁੱਖ ਕੀ ਹੈ। ਕਿਉਂਕਿ ਜੇ ਬੰਦਾ ਦੁਨਿਆਵੀ ਸੁੱਖ ਦੀ ਗੱਲ ਕਰੇ ਤਾਂ ਇਹ ਸਦੀਵੀ ਨਹੀਂ ਹੁੰਦੇ। ਆਪਾਂ ਵੇਖਦੇ ਹਾਂ ਜਿਹੜਾ ਬੰਦਾ ਅੱਜ ਹੱਸਦਾ ਪਿਆ ਹੈ ਉਹ ਕੱਲ੍ਹ ਨੂੰ ਸਾਨੂੰ ਰੋਂਦਾ ਵੀ ਨਜ਼ਰ ਆਏਗਾ। ਜਿਹੜਾ ਅੱਜ ਰੋਂਦਾ ਹੈ ਜ਼ਰੂਰੀ ਨਹੀਂ ਉਹ ਸਾਰੀ ਜ਼ਿੰਦਗੀ ਰੋਵੇ, ਹੋ ਸਕਦਾ ਕੱਲ੍ਹ ਨੂੰ ਉਹਦੇ ਚਿਹਰੇ 'ਤੇ ਹਾਸਾ ਆ ਜਾਏ, ਪਰ ਸਦੀਵੀ ਇੱਕ ਚੀਜ਼ ਰਹੇ, ਸਦੀਵੀ ਹੀ ਕਿਸੇ ਕੋਲ ਆਤਮਿਕ ਸੁੱਖ, ਅੰਦਰ ਦਾ ਸੁੱਖ ਰਹੇ। ਇਹ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇੱਕੋ ਥਾਂ ਤੋਂ ਹੀ ਮਿਲ ਸਕਦਾ ਹੈ। ਪੁੱਛੀਏ ਸਤਿਗੁਰੂ ਉਹ ਸੁੱਖ ਕਿੱਥੇ ਹੈ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੈ
ਸਦਾ, ਸਦਾ ਦੇ ਅਰਥ ਸਮਝਦੇ ਹੋ ਨਾ, ਸਦੀਵੀ, ਜਿਹੜਾ ਸੁੱਖ ਤੁਹਾਨੂੰ ਕਦੇ ਵੀ ਛੱਡ ਕੇ ਨਹੀਂ ਜਾਏਗਾ। ਪਾਤਸ਼ਾਹ ਜੀ ਕਿੱਥੇ ਹੈ ਉਹ ਸੁੱਖ? ਹਜ਼ੂਰ ਕਹਿੰਦੇ ਸ਼ਰਨ ਰਾਮ ਕੀ ਲੇਹ, ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਦੀਵੀ ਸੁੱਖ ਹੈ। ਇੱਕ ਸੁੱਖ ਹੈ ਨਾਸ਼ਵੰਤ ਔਰ ਇੱਕ ਹੈ ਸਦੀਵੀ ਸੁੱਖ, ਜਿਹਨੂੰ ਅਬਿਨਾਸੀ ਸੁੱਖ ਵੀ ਕਿਹਾ ਜਾਂਦਾ ਹੈ। ਨਾਸ਼ਵੰਤ ਸੁੱਖ ਉਹ ਹੈ ਜਿਹਦੀ ਮੰਗ ਅਸੀਂ ਰੋਜ਼ਾਨਾ ਆ ਕੇ ਗੁਰੂ ਦੇ ਕੋਲ ਕਰਦੇ ਹਾਂ। ਨਾਸ਼ਵੰਤ ਸੁੱਖ ਦਾ ਮਤਲਬ ਵੀ ਜੋ ਸਿਰਫ ਤੇ ਸਿਰਫ ਸਾਡੇ ਬਾਹਰ ਮੁਖੀ ਜੀਵਨ ਨਾਲ ਸੰਬੰਧਿਤ ਹੈ, ਸਿਰਫ ਸਾਡੇ ਸਰੀਰ ਨਾਲ, ਸਾਡੇ ਵਿਸ਼ਿਆਂ ਨਾਲ ਸੰਬੰਧਿਤ ਹੋਵੇ, ਉਹਨੂੰ ਕਹਿੰਦੇ ਨੇ ਨਾਸ਼ਵੰਤ ਸੁੱਖ। ਕਿਉਂਕਿ ਵੇਖੋ, ਜੋ ਸੁੱਖ ਪਰਮਾਤਮਾ ਤੋਂ ਅਸੀਂ ਰੋਜ਼ਾਨਾ ਮੰਗਦੇ ਹਾਂ, ਉਹ ਸੁੱਖ ਅੱਜ ਕਈਆਂ ਦੀ ਜ਼ਿੰਦਗੀ ਵਿੱਚ ਹੈ, ਪਰ ਉਸ ਸੁੱਖ ਨੂੰ ਲੈ ਕੇ ਉਹ ਸੁਖੀ ਨਹੀਂ। ਹੁਣ ਗਰੀਬ ਬੰਦੇ ਵਾਸਤੇ ਸੁੱਖ ਕੀ ਹੋਏਗਾ? ਉਹ ਕਹੇਗਾ ਪਰਮਾਤਮਾ ਤੂੰ ਮੈਨੂੰ ਰਿਜ਼ਕ ਚੱਜ ਦਾ ਦੇਣ ਲੱਗ ਪਿਆ, ਮੈਂ ਸੁਖੀ ਹੋ ਜਾਵਾਂਗਾ। ਹੁਣ ਦੁਨੀਆ ਵਿੱਚ ਜਿਨ੍ਹਾਂ ਨੂੰ ਚੱਜ ਦਾ ਰਿਜ਼ਕ ਮਿਲਦਾ ਪਿਆ, ਦੁਖੀ ਤੇ ਉਹ ਵੀ ਨੇ। ਕੰਗਾਲ ਬੰਦਾ ਕਹਿੰਦਾ ਰੱਬਾ ਮੇਰੇ ਘਰ ਵਿੱਚੋਂ ਕੰਗਾਲੀ ਚਲੀ ਜਾਏ, ਮੈਂ ਅਮੀਰ ਹੋ ਜਾਵਾਂ, ਮੈਂ ਸੁਖੀ ਹੋ ਜਾਵਾਂਗਾ। ਫਿਰ ਦੂਜੇ ਪਾਸੇ ਦੁਨੀਆ ਵਿੱਚ ਬੜੇ ਬੰਦੇ ਨੇ ਜਿਹੜੇ ਬਹੁਤ ਅਮੀਰ ਨੇ, ਕਿ ਉਹ ਉਸ ਅਮੀਰੀ ਨਾਲ ਸੁਖੀ ਹੋ ਗਏ? ਅਸੀਂ ਜਿਹੜੇ ਸੁੱਖ ਦੀ ਪਰਿਭਾਸ਼ਾ ਵਿੱਚ ਪਏ ਹਾਂ ਨਾ ਗੁਰੂ ਪਿਆਰਿਓ, ਉਹ ਸੁੱਖ ਨਾਸ਼ਵੰਤ ਹੈ, ਉਹਦਾ ਕੋਈ ਭਰੋਸਾ ਨਹੀਂ ਹੈ। ਅੱਜ ਜਿਹੜੀ ਜ਼ਮੀਨ ਜਾਇਦਾਦ, ਜਿਹੜੇ ਸੁੱਖਾਂ ਕਰਕੇ ਅਸੀਂ ਫੜਾ ਮਾਰਦੇ ਹਾਂ ਜਾਂ ਕਹਿੰਦੇ ਹਾਂ ਵੀ ਮੇਰੇ ਵਰਗਾ ਜੋ ਜੀਵਨ ਕਿਸੇ ਕੋਲ ਨਹੀਂ, ਮੇਰੇ ਪਾਤਸ਼ਾਹ ਕਹਿੰਦੇ ਇਹਨੂੰ ਪਲਟਣ ਲੱਗਿਆ ਦੇਰ ਥੋੜ੍ਹਾ ਲੱਗੇਗੀ। ਕਾਰਨ ਕਹਿੰਦੇ ਜਿਹੜਾ ਸੁੱਖ ਤੂੰ ਮਾਣਦਾ ਪਿਆ, ਇਸ ਸੁੱਖ ਦੀ ਉਮਰ ਸਦੀਵੀ ਨਹੀਂ, ਇਹ ਸੁੱਖ ਨਾਸ਼ਵੰਤ ਹੈ, ਇਹਨੇ ਇੱਕ ਦਿਨ ਖਤਮ ਹੋਣਾ ਹੈ। ਸਦੀਵੀ ਸੁੱਖ ਕਿੱਥੇ ਹੈ? ਮੇਰੇ ਪਾਤਸ਼ਾਹ ਕਹਿੰਦੇ ਸਦੀਵੀ ਸੁੱਖ ਸਰਨ ਰਾਮ ਕੀ ਲੈ, ਪਰਮਾਤਮਾ ਦੀ ਸ਼ਰਨ ਵਿੱਚ ਪੈ। ਕਿਉਂਕਿ ਹਜ਼ੂਰ ਕਹਿੰਦੇ ਅਬਿਨਾਸੀ ਜੀਵਨ ਕੋ ਦਾਤਾ, ਉਹ ਪਰਮਾਤਮਾ ਜਿਹੜਾ ਆਪ ਅਬਿਨਾਸੀ ਹੈ। ਅਬਿਨਾਸੀ ਦੇ ਅਰਥ ਹੁੰਦੇ ਨੇ ਜਿਹੜਾ ਕਦੇ ਵੀ ਨਾਸ਼ ਨਾ ਹੋਵੇ, ਖਤਮ ਨਾ ਹੋਵੇ। ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਉਹਨੂੰ ਸਿਮਰ, ਉਹਨੂੰ ਚੇਤੇ ਕਰ। ਹੁਣ ਚੇਤੇ ਕਿਵੇਂ ਕਰਨਾ ਹੈ? ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਕਿਉਂਕਿ ਗੁਰੂ ਪਿਆਰਿਓ, ਜਦੋਂ ਪਰਮਾਤਮਾ ਨੇ ਮਨੁੱਖ ਨੂੰ ਦੇਹ ਦਿੱਤੀ, ਸਰੀਰ ਦਿੱਤਾ, ਕਹਿੰਦੇ ਵੇਖੀ ਕਿਤੇ ਬਾਹਰ ਦੇ ਸੁੱਖਾਂ ਵਿੱਚ ਫਸ ਕੇ ਅੰਦਰ ਦੇ ਆਤਮਿਕ ਸੁੱਖ ਨੂੰ ਬਰਬਾਦ ਨਾ ਕਰ ਲਈ। ਅੱਜ ਹਰ ਕੋਈ ਬੰਦਾ ਬਾਹਰੋਂ ਭਾਵੇਂ ਸੁਖੀ ਹੈ, ਪਰ ਜਦੋਂ ਉਹਦੇ ਅੰਦਰ ਨਿਗਾਹ ਮਾਰਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅੰਦਰੋਂ ਉਹ ਬੜਾ ਅਸ਼ਾਂਤ ਹੈ। ਅੰਦਰ ਉਹ ਦੁਨੀਆ ਦੇ ਸਾਰੇ ਦੁੱਖ ਲੁਕੋ ਕੇ ਬੈਠਾ ਹੈ। ਕਿਉਂਕਿ ਜ਼ਰੂਰੀ ਨਹੀਂ ਹੈ ਵੀ ਜਿਹੜਾ ਤਖਤ ਦਾ ਮਾਲਕ ਹੋਵੇ, ਜਿਹੜਾ ਛਤਰ ਦੇ ਥੱਲੇ ਸੌਂਦਾ ਤੇ ਉਹਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਏਗਾ। ਪਾਤਸ਼ਾਹ ਕਹਿੰਦੇ ਇੱਥੇ ਵੱਡੇ ਵੱਡੇ ਤਖਤਾਂ 'ਤੇ ਬੈਠਣ ਵਾਲੇ ਰਾਜੇ ਵੀ ਅੰਦਰੋਂ ਦੁਖੀ ਨੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਹਰ ਇੱਕ ਦੁਨੀਆ ਦੀ ਤਾਕਤ ਜੀ ਦੇ ਹੱਥ ਵਿੱਚ ਹੈ, ਦੁਨੀਆ ਦਾ ਬਲ ਜੀ ਦੇ ਹੱਥ ਵਿੱਚ ਹੈ। ਹਜ਼ੂਰ ਕਹਿੰਦੇ ਇੱਥੇ ਉਹ ਵੀ ਅੰਦਰ ਦੇ ਸੁੱਖ ਤੋਂ ਬਿਨਾਂ ਰੋਂਦੇ ਤੇ ਕਰਲਾਉਂਦੇ ਵੇਖੇ ਹੋਏ ਨੇ। ਇੱਕ ਪਾਸੇ ਭਗਤ ਕਬੀਰ ਜੀ ਨੇ, ਉਹ ਕਹਿੰਦੇ ਵੀ ਸਾਡੇ ਕੋਲ ਜਿਹੜਾ ਸੁੱਖ ਹੈ ਉਹ ਦੁਨੀਆ ਦੇ ਕਿਸੇ ਰਾਜੇ ਕੋਲ ਵੀ ਨਹੀਂ ਹੈ। ਬਾਹਰ ਮੁਖੀ ਸੁੱਖ ਤੇ ਅੰਤਰਮੁਖੀ ਸੁੱਖ, ਇਹਨਾਂ ਦੋਨਾਂ ਦੇ ਵਿੱਚ ਬੜਾ ਫਰਕ ਹੁੰਦਾ ਹੈ। ਬਾਹਰ ਮੁਖੀ ਸੁੱਖ ਕਿਤੋਂ ਮਰਜ਼ੀ ਲੈ ਸਕਦੇ ਹੋ, ਪਰ ਅੰਦਰ ਦਾ ਸੁੱਖ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕੇਵਲ ਤੇ ਕੇਵਲ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈ। ਹੁਣ ਵੇਖੋ ਸ਼ਰਨ ਵਿੱਚ ਆਉਣਾ ਕੀ ਹੈ, ਕਿਉਂਕਿ ਗੁਰੂ ਪਿਆਰਿਓ ਹਰ ਇੱਕ ਧਰਮ ਜਿਹੜਾ ਹੈ ਇਹ ਆਪਣੀ ਜਗ੍ਹਾ 'ਤੇ ਸਾਰੇ ਧਰਮ ਬੜੇ ਸਤਿਕਾਰਯੋਗ ਨੇ। ਹੁਣ ਸਿੱਖ ਜਦੋਂ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ, ਇਹ ਕਹਿੰਦਾ ਜੀ ਮੈਂ ਗੁਰਦੁਆਰੇ ਜਾਂਦਾ ਹਾਂ, ਮੈਂ ਸਤਸੰਗਤ ਦੇ ਵਿੱਚ ਬੈਠਦਾ ਹਾਂ, ਬਾਣੀ ਸੁਣਦਾ ਹਾਂ, ਬਾਣੀ ਪੜ੍ਹਦਾ ਹਾਂ। ਕੀ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਸਤਸੰਗਤ ਹੈ ਜਾਂ ਇਹ ਸ਼ਰਨ ਦੇ ਵਿੱਚ ਆਇਆ ਹੈ? ਕੋਈ ਮੰਦਰ ਵਿੱਚ ਜਾਏ, ਭਗਵਾਨ ਦੇ ਦਰ 'ਤੇ ਜਾ ਕੇ ਬੈਠੇ, ਕਿ ਮੰਦਰ ਚਲੇ ਜਾਣਾ ਹੀ ਸ਼ਰਨ ਵਿੱਚ ਬੈਠਣਾ ਹੈ? ਗੁਰਦੁਆਰੇ ਜਾਣਾ, ਮਸੀਤ ਵਿੱਚ ਚਲੇ ਜਾਣਾ ਹੀ ਸ਼ਰਨ ਵਿੱਚ ਬੈਠਣਾ ਹੈ? ਨਹੀਂ ਗੁਰੂ ਪਿਆਰਿਓ, ਸਤਿਗੁਰੂ ਸਾਹਿਬ ਕਹਿੰਦੇ ਸ਼ਰਨ ਵਿੱਚ ਜਾਣ ਦਾ ਮਤਲਬ ਹੈ ਵੀ ਜਿੰਨਾ ਸਮਾਂ ਤੇਰੀ ਅੰਦਰ ਦੀ ਆਤਮਾ ਉਸ ਵਾਹਿਗੁਰੂ ਨੂੰ ਨਹੀਂ ਪੁਕਾਰਨ ਲੱਗਦੀ, ਸਮਝ ਲਈ ਓਨਾ ਸਮਾਂ ਹਜੇ ਸ਼ਰਨ ਵਿੱਚ ਨਹੀਂ ਆਇਆ।
क्योंकि शरीर का शरण विच आ जाना कोई भी कर सकता है, पर अंतर आत्मे नूं गुरु की शरण विच लै आना ये सब तो औखा काम है। आत्मिक सुख शुरू ही उदों हुंदा है जदों बंदा अंतर आत्मे तो गुरु नाल जुड़दा है। शरीर का की है जी, शरीर नूं ते तुसीं जिथे मर्जी जोड़ लो, जिथे मर्जी चले जाओ शरीर दे नाल। हजूर कहंदे गल ते उस दिन बनेगी जिदन तेरा अंदर गुरु की शरण विच आएगा। अंतर आत्मा जिन्ना समा उस वाहिगुरु नूं नहीं जपदा, किवें जपे? गुरु अर्जन देव पातशाह बचन करते ने, हजूर कहंदे रसना गुण गोपाल निध गायन। जदों तेरी रसना जिहड़ी है उस गुणां दे खजाने अकाल पुरख परमात्मा के गुणां नूं गाउण लग पएगी, अगे फिर की होएगा? कहंदे शांत सहज रहस मन उपजियो। हिरदे दे अंदर ये तिन्ने गुण पैदा हो जाणगे। शांत सहज रहस मन उपजियो, सगले दुख पलायन, सारे तरह के दुख चले जाणगे ते अंदर एक अविनाशी सुख जिन्हों सदीवी सुख कहते ने, मेरे पातशाह कहते वो अंदर वास करेगा। कदों? जदों उस गुणां दे खजाने अकाल पुरख परमात्मा के चरनां नाल जुड़ांगे। वैसे तो मेरे पातशाह ने अज दे शब्दां अंदर तीन चीज़ों का जिक्र किया है। पहली चीज़ का जिक्र सुख, दूसरी चीज़ हजूर कहते परमात्मा की शरण विच, और तीसरा जिक्र किया है दुर्लभ दे, भी तेरी देही बड़ी कीमती बड़ी दुर्लभ है। गुरु प्यारिओ, जिस देही दे विचों बड़ा कीमती खजाना निकलना होवे ते जदों बंदा उस खजाने की थां ते कूड़ा करकट कढ़न लग पए ना, तो मेरे पातशाह कहते समझ लई अपने जीवन नूं बर्बादी वल लिजांदा पिया है। इस देही दे अंदर एक आत्मिक सुख है। हजूर कहते वो सुख ने निकलना है जदों तू परमात्मा के नज़दीकी अपने रिश्ते नूं बनाएगा। अंदरों जदों उहदे नाल जुड़ेगा, वो तेरे अंदर एक आत्मिक सुख पैदा करेगा। पर बंदा उस आत्मिक सुख नूं लभण दी बजाए बाहर दुनिया दे विच ज़्यादा भटकदा है। ते सच करके जाणिओ, जिन्ना बंदा बाहर मुखी खिंडा करेगा ना, अपनी सुरत नूं खिंडाएगा, हजूर कहते आत्मिक सुख तो वो उन्ना ही ज़्यादा दूर होएगा। अंदर का सुख मतलब कि बाहर तौर पर भी टिक, अंदर दे तौर पर टिका फिर आएगा जे पहले बाहर मुखी टिकीए। इसे करके हजूर ने रसना का जिक्र किया, जीव दा भी तेरी देह बड़ी कीमती है, तेरा शरीर बड़ा कीमती है। आ जिहड़ी जुबान परमात्मा ने तेनों दिती, ये तेरे अंदरों अमृत भी पैदा कर सकती है, ये तेरे अंदर जहर भी पैदा कर सकती है। तू वेख लै भी इहदे नाल फिक्का बोलना है या मिठा बोलना है। मिठा बोलन का मतलब रसना गुण गोपाल निध गायन, अपनी इस रसना दे नाल उस गुणां दे खजाने परमात्मा के गुणां नूं गा। मेरे पातशाह कहते जो सुख को चाहे सदा, सदीवी तौर पर सुख चाहिए। तो हजूर कहते शरण राम की ले, परमात्मा की शरण दे विच आके हजूर कहते इत्थे बैठ, अपनी रसना दे नाल धुर अंदर तो परमात्मा नूं पुकार। हजूर कहते सच करके जानी तेरी जिंदगी दे विच वो सुख आएगा जिहड़ा सुख तैनूं दुनिया का कोई भी पदार्थ दे नहीं सकता। हुण वेखो, वैसे तो इस संसार दे विच बेअंत महापुरख ऐसे होए ने जिन्हां ने गुरु प्यारिओ अंदर दा सुख हासिल किया। महात्मा बुद्ध होए ने। महात्मा बुद्ध के जीवन की एक घटना मैं आप संगत नाल सांझी करा भी, जिहदे कोल अंदर दा सुख आ जाए ना, आत्मिक शांति आत्मिक आनंद, सच करके जाणिओ दुनिया का कोई भी बंदा जिन्ना मर्जी यतन कर ले, ਉਹਦੇ उस अंदर दे सुख नूं खो नहीं सकता। जिहड़ा सुख साडे कोल है इनू कोई भी खो सकता है। असी पैसे नूं सुख मनदे हाँ, पर यह दावा नहीं कर सकते भी पैसा साडे कोल सदीवी रहेगा। ये सुख किसी भी वेले साडे तो दूर जा सकता है। असी पुत धीआं नूं ही सुख समझिया होया है, पर की गारंटी है भी ये सुख साडे कोल सदीवी रहेगा? क्योंकि ਇਹਦਾ कोई घंटे का भरोसा नहीं, अगले 2 पलों के विच की हो जाना, तो ये साडा सुख कित्थे चला जाना है। इसे प्रकार जमीनां जायदादां नूं जे सुख मन्निया तो मेरे पातशाह कहते फिर ये भी किहड़ा सदीवी किसी को लईआं ने फरीदा, कोठे मंडप माड़ियाँ।
ਇਹ ਸਾਰਾ ਕੁਝ ਫਰੀਦ ਜੀ ਕਹਿੰਦੇ ਸਦੀਵੀ ਥੋੜ੍ਹਾ ਹੈ, ਇਹ ਉਸਾਰਨ ਵਾਲੇ ਵੀ ਚਲੇ ਗਏ ਅਤੇ ਇੱਕ ਦਿਨ ਇਹ ਵੀ ਢਹਿ ਜਾਂਦੀਆਂ ਨੇ। ਕਹਿਣ ਦਾ ਭਾਵ ਵੀ ਇਹ ਸਦੀਵੀ ਸੁੱਖ ਨਹੀਂ, ਸੁੱਖ ਕੋਈ ਹੋਰ ਅੰਦਰ ਦੀ ਚੀਜ਼ ਹੈ ਜਿਹੜੀ ਗੁਰੂ ਸਾਹਿਬ ਨੇ ਬਾਣੀ ਵਿੱਚ ਬਿਆਨ ਕੀਤੀ ਹੈ। ਹੁਣ ਉਹ ਕਿਹੜੀ ਹੈ? ਉਹ ਕਿਸੇ ਵਿਰਲੇ ਦੇ ਹਿੱਸੇ, ਇੱਦਾਂ ਕਹਿ ਲਓ ਵੀ ਕਰੋੜਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੈ ਜਿਹੜਾ ਆਤਮਿਕ ਤੌਰ 'ਤੇ ਸੁਖੀ ਹੁੰਦਾ ਹੈ, ਬਾਕੀ ਤੇ ਹਜ਼ੂਰ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਹੁਣ ਇਹ ਸੁੱਖ ਹੈ ਮਹਾਤਮਾ ਬੁੱਧ ਜੀ ਦੇ ਕੋਲ। ਵੈਸੇ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 3 ਘਟਨਾਵਾਂ ਵੇਖੀਆਂ। ਪਹਿਲਾਂ ਉਹਨਾਂ ਨੇ ਵੇਖਿਆ ਇੱਕ ਰੋਗੀ ਨੂੰ, ਫਿਰ ਉਹਨਾਂ ਨੇ ਵੇਖਿਆ ਇੱਕ ਬਜ਼ੁਰਗ ਨੂੰ, ਅਤੇ ਫਿਰ ਵੇਖਿਆ ਇੱਕ ਅਰਥੀ ਜਾਂਦੀ। ਇਹ 3 ਘਟਨਾਵਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਦੇਖੀਆਂ ਅਤੇ ਉਹਨਾਂ ਨੇ ਹਿਰਦੇ ਵਿੱਚ ਜਾਣ ਲਿਆ ਵੀ ਸੰਸਾਰ ਦੁੱਖਾਂ ਦਾ ਘਰ ਹੈ। ਬੈਰਾਗੀ ਹੋਣ ਵਾਸਤੇ ਕਹਿੰਦੇ ਇੱਦਾਂ ਹੀ ਆਪਣੇ ਸੇਵਕ ਨਾਲ, ਨੌਕਰ ਨਾਲ ਜਾ ਰਹੇ ਸਨ, ਕਿਉਂਕਿ ਪਹਿਲਾ ਜੀਵਨ ਰਾਜਕੁਮਾਰਾਂ ਵਾਲਾ ਸੀ। ਅਤੇ ਕਹਿੰਦੇ ਜਾਂਦੇ ਨਾ ਇੱਕ ਉਜਾੜ ਦੇ ਵਿੱਚ ਇੱਕ ਸਾਧੂ ਨੂੰ ਬੈਠੇ ਵੇਖਿਆ, ਅਤੇ ਮਹਾਤਮਾ ਬੁੱਧ ਨੇ ਆਪਣੇ ਉਸ ਸੇਵਕ ਤੋਂ, ਨੌਕਰ ਤੋਂ ਪੁੱਛਿਆ ਵੀ ਇਹ ਕੌਣ ਹੈ? ਅਤੇ ਕਹਿੰਦੇ ਉਹਨੇ ਦੱਸਿਆ ਵੀ ਇਹ ਜੀ ਸੰਸਾਰ ਤੋਂ ਉਪਰਾਮ ਹੋਇਆ ਇੱਕ ਸਾਧੂ ਹੈ, ਪਰਮਾਤਮਾ ਦੀ ਬੰਦਗੀ ਦੇ ਵਿੱਚ, ਭਗਤੀ ਦੇ ਵਿੱਚ ਜੁੜਿਆ ਹੋਇਆ ਆਤਮਿਕ ਸੁੱਖ ਲੱਭਣ ਵਾਸਤੇ। ਚਲੋ ਮਹਾਤਮਾ ਬੁੱਧ ਜੀ ਨੇ ਵੀ ਕਹਿੰਦੇ ਇਹ ਚੀਜ਼ ਜਾਣੀ, ਅਤੇ ਉਹਨਾਂ ਨੇ ਸੋਚਿਆ ਵੀ ਫਿਰ ਜਿਹੜਾ ਬੰਦਾ ਸੰਸਾਰ ਤੋਂ ਉਪਰਾਮ ਹੋ ਜਾਂਦਾ ਹੈ, ਪਦਾਰਥਾਂ ਤੋਂ ਆਪਣੀ ਸੁਰਤ ਨੂੰ ਤੋੜ ਲੈਂਦਾ ਹੈ, ਉਹ ਬੰਦਾ ਸੱਚਮੁੱਚ ਸਦੀਵੀ ਸੁਖੀ ਹੋ ਜਾਂਦਾ ਹੈ। ਕਿਉਂਕਿ ਇੱਥੇ ਸੰਸਾਰ ਵਿੱਚ ਜਿਨ੍ਹਾਂ ਨੇ ਵੀ ਸੁੱਖ ਦੀ ਪਰਿਭਾਸ਼ਾ ਕੀਤੀ, ਉਹ ਕਹਿੰਦੇ ਪੈਸਾ ਸੁੱਖ ਹੈ, ਜ਼ਮੀਨਾਂ ਜਾਇਦਾਦਾਂ ਸੁੱਖ ਨੇ, ਵੱਡਾ ਪਰਿਵਾਰ ਸੁੱਖ ਹੈ, ਪਰ ਇਹ ਸੁੱਖ ਦੀ ਪਰਿਭਾਸ਼ਾ ਨਹੀਂ, ਇਹ ਦੁੱਖ ਦੀ ਪਰਿਭਾਸ਼ਾ ਹੈ। ਕਿਉਂਕਿ ਜਿੰਨਾ ਵੱਡਾ ਪਰਿਵਾਰ ਹੋਏਗਾ ਉਨੀ ਵੱਡੀ ਚਿੰਤਾ ਹੋਏਗੀ ਪਰਿਵਾਰ ਵਿੱਚ ਦੁੱਖ ਦੇ ਆਉਣ ਦੀ। ਜਿੰਨਾ ਜ਼ਿਆਦਾ ਪੈਸਾ, ਜਿੰਨੀ ਜ਼ਿਆਦਾ ਦੌਲਤ ਹੋਏਗੀ, ਉਨੀ ਵੱਡੀ ਹੀ ਚਿੰਤਾ ਹੋਏਗੀ ਉਹਦੇ ਚਲੇ ਜਾਣ ਦੀ, ਉਹਦੇ ਚਲੇ ਜਾਣ ਦਾ ਡਰ ਹੋਏਗਾ। ਇਸੇ ਕਰਕੇ ਮੇਰੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਵੀ ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕਉ ਵਿਆਪੈ ਚਿੰਤਾ ਰੋਗ। ਚਿੰਤਾ ਦਾ ਰੋਗ, ਜਿੰਨਾ ਵੱਡਾ ਬੰਦਾ, ਜਿੰਨੀ ਵੱਡੀ ਜਾਇਦਾਦ, ਕਹਿੰਦੇ ਉਨੀ ਵੱਡੀ ਉਹਦੀ ਸੁਰਤ ਵਿੱਚ ਇੱਕ ਚਿੰਤਾ ਹੁੰਦੀ ਹੈ। ਜਿੰਨਾ ਜ਼ਿਆਦਾ ਬੰਦਾ ਅਮੀਰ, ਉਨੀ ਵੱਡੀ ਨੀਂਦ ਦੀ ਗੋਲੀ ਲੈ ਕੇ ਉਹ ਸੌਂਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਇਹ ਅੰਦਰ ਨੂੰ ਸੁਖੀ ਨਹੀਂ ਕਰਦਾ। ਹੁਣ ਵੇਖੋ 2 ਅਵਸਥਾਵਾਂ ਨੇ। ਇੱਕ ਤਾਂ ਹੈ ਵੀ ਜਿਸ ਗ੍ਰਹਿ ਬਹੁਤ, ਜਿਹਦੇ ਘਰ ਵਿੱਚ ਬਹੁਤ ਕੁਝ ਹੈ, ਹਜ਼ੂਰ ਕਹਿੰਦੇ ਤਿਸ ਗ੍ਰਹਿ ਚਿੰਤਾ, ਉਸ ਘਰ ਦੇ ਵਿੱਚ ਚਿੰਤਾ ਰਹਿੰਦੀ ਹੈ ਵੀ ਕਿਤੇ ਖੋਇਆ ਹੀ ਨਾ ਜਾਏ, ਕਿਤੇ ਚਲਾ ਹੀ ਨਾ ਜਾਏ। ਇੱਕ ਅਵਸਥਾ ਹਜ਼ੂਰ ਕਹਿੰਦੇ ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਭਰਮੰਤਾ, ਜਿਹਦੇ ਘਰ ਵਿੱਚ ਬਹੁਤ ਥੋੜ੍ਹਾ ਹੈ, ਉਹ ਕਹਿੰਦੇ ਦਿਨ ਰਾਤ ਭਟਕਦਾ ਫਿਰਦਾ ਵੀ ਮੇਰੇ ਘਰ ਵਿੱਚ ਵੀ ਕੁਝ ਆਵੇ। ਇੱਕ ਜਿਹਦੇ ਕੋਲ ਬਹੁਤ ਹੈ ਉਹ ਵੀ ਸੁਖੀ ਨਹੀਂ, ਇੱਕ ਜਿਹਦੇ ਕੋਲ ਬਹੁਤ ਘੱਟ ਹੈ ਉਹ ਵੀ ਸੁਖੀ ਨਹੀਂ। ਫਿਰ ਸੁਖੀ ਕੌਣ? ਹਜ਼ੂਰ ਕਹਿੰਦੇ ਦੋਵੇਂ ਅਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ। ਸੁਹੇਲਾ ਦਾ ਅਰਥ ਹੁੰਦਾ ਸੁਖੀ। ਕਹਿੰਦੇ ਜਿਹਦੇ ਕੋਲ ਦਰਮਿਆਨਾ ਜਿਹਾ ਹੈ ਨਾ, ਨਾ ਬਹੁਤਾ ਜ਼ਿਆਦਾ ਨਾ ਬਹੁਤਾ ਘੱਟ, ਉਹ ਹਜ਼ੂਰ ਕਹਿੰਦੇ ਸੰਸਾਰ ਵਿੱਚ ਸੁਖੀ ਹੈ। ਨਹੀਂ ਤੇ ਵੱਡੇ ਵੱਡੇ ਜੋ ਦੀਸੈ ਲੋਕ, ਉਹਨਾਂ ਦੀ ਜ਼ਿੰਦਗੀ ਵਿੱਚ ਤੇ ਹਜ਼ੂਰ ਕਹਿੰਦੇ ਸਦੀਵੀ ਚਿੰਤਾ ਹੈ। ਹੁਣ ਇੱਥੇ ਸੁੱਖ ਦੀ ਪਰਿਭਾਸ਼ਾ ਦੁਨੀਆ ਦੇ ਪਦਾਰਥ ਨਹੀਂ ਨੇ, ਇੱਥੇ ਸੁੱਖ ਦੀ ਪਰਿਭਾਸ਼ਾ ਕੋਈ ਅੰਦਰ ਦੀ ਇੱਕ ਅਵਸਥਾ ਹੈ ਜਿਹੜੀ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਨੂੰ ਮਿਲਦੀ ਹੈ। ਮਹਾਤਮਾ ਬੁੱਧ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਕਹਿ ਦਿੱਤਾ ਅਤੇ ਚੱਲ ਪਏ ਕਿਸੇ ਅੰਦਰ ਦੀ ਅਵਸਥਾ ਦੇ ਵਿੱਚੋਂ ਸਦੀਵੀ ਸੁੱਖ ਲੱਭਣ ਵਾਸਤੇ। ਚਲੋ ਉਹਨਾਂ ਨੇ ਅੰਦਰ ਦੀ ਯਾਤਰਾ ਕੀਤੀ ਸੀ, ਉਸ ਸੁੱਖ ਤੱਕ ਪਹੁੰਚ ਗਏ, ਮਹਾਤਮਾ ਬੁੱਧ ਹੋ ਗਏ। ਅਤੇ ਕਹਿੰਦੇ ਇੱਕ ਦਿਨ ਨਾ ਇੱਦਾਂ ਹੀ ਮਹਾਤਮਾ ਬੁੱਧ ਕਿਸੇ ਰੁੱਖ ਥੱਲੇ ਬੈਠੇ ਸਨ। ਅੰਦਰ ਦੀ ਸ਼ਾਂਤੀ, ਅੰਦਰ ਦਾ ਆਨੰਦ ਬੜਾ ਹੈ ਉਹਨਾਂ ਦੇ ਕੋਲ। ਕਹਿੰਦੇ ਕੋਈ ਇੱਕ ਬੰਦਾ ਆਇਆ, ਕੋਈ ਮਹਾਨ ਪੁਰਸ਼ ਆਇਆ। ਕਹਿੰਦੇ ਉਹਨੇ ਆਉਂਦਿਆਂ ਸਾਰ ਕੁਛ ਵੀ ਨਹੀਂ ਬੋਲਿਆ ਮਹਾਤਮਾ ਬੁੱਧ ਨੇ, ਆਉਣ ਸਾਰ ਮਹਾਤਮਾ ਬੁੱਧ ਨੂੰ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਆਪਣੀ ਜ਼ੁਬਾਨ ਦੇ ਵਿੱਚੋਂ ਕੌੜੇ ਬੋਲ ਬੋਲੇ, ਮਾੜੇ ਬਚਨ ਕੀਤੇ। ਜਿੰਨਾ ਜ਼ੋਰ ਲਾ ਕੇ ਬੋਲਿਆ ਗਿਆ, ਕਹਿੰਦੇ ਉਸ ਬੰਦੇ ਨੇ ਮਹਾਤਮਾ ਬੁੱਧ ਨੂੰ ਗਾਲੀ ਗਲੋਚ ਕੀਤਾ। ਅਤੇ ਜਿੰਨਾ ਸਮਾਂ ਉਹ ਬੋਲਿਆ, ਮਹਾਤਮਾ ਬੁੱਧ ਦੇ ਅੰਦਰ ਨੂੰ 1% ਵੀ ਫਰਕ ਨਹੀਂ ਪਿਆ। ਕਹਿੰਦੇ 2 ਘੰਟੇ ਦੇ ਕਰੀਬ ਉਹ ਬੰਦਾ ਲਗਾਤਾਰ ਮਹਾਤਮਾ ਬੁੱਧ ਜੀ ਨੂੰ ਮਾੜੇ ਬਚਨ, ਫਿੱਕੇ ਬਚਨ ਬੋਲਦਾ ਰਿਹਾ।
ਤੇ ਮਹਾਤਮਾ ਬੁੱਧ ਮੁਸਕਰਾਉਂਦੇ ਰਹੇ, ਆਰਾਮ ਨਾਲ ਸੁਣਦੇ ਪਏ ਨੇ। ਮੈਂ ਕਹਿੰਦਾ ਗੁਰੂ ਪਿਆਰਿਓ, ਕਿੰਨਾ ਕੁ ਵੱਡਾ ਅੰਦਰ ਸਬਰ ਹੋਏਗਾ ਜਾਂ ਕਿੰਨਾ ਕੁ ਵੱਡਾ ਅੰਦਰ ਟਿਕਾਓ ਹੋਏਗਾ ਵੀ 2 ਘੰਟੇ ਬਿਨਾਂ ਕਿਸੇ ਕਸੂਰ ਤੋਂ ਕਿਸੇ ਦੇ ਕੌੜੇ ਬਚਨਾਂ ਨੂੰ ਸਹਿ ਜਾਣਾ। ਅਸੀਂ ਸਹਾਂਗੇ ਜੀ? ਸਾਡੇ ਤੋਂ ਤਾਂ ਕਥਾ ਵਿਚਲੀ ਸੱਚੀ ਗੱਲ ਨਹੀਂ ਸੁਣੀ ਜਾਂਦੀ, ਖੁੰਡ ਚਰਚਾ ਬਣ ਜਾਂਦੀ ਹੈ। ਅਤੇ ਜੇ ਕੋਈ ਬਿਨਾਂ ਮਤਲਬ ਤੋਂ ਆ ਕੇ ਸਾਨੂੰ ਕੋਈ ਕਹਿ ਦਏ, ਅਸੀਂ ਕਿਵੇਂ ਉਸ ਨੂੰ ਸੁਣਾਂਗੇ? ਕਹਿੰਦੇ 2 ਘੰਟਿਆਂ ਦੇ ਕਰੀਬ ਉਸ ਬੰਦੇ ਨੇ ਕਬੋਲ, ਭੈੜੇ ਬਚਨ, ਫਿੱਕੇ ਬਚਨ ਮਹਾਤਮਾ ਬੁੱਧ ਨੂੰ ਬੋਲੇ, ਪਰ ਉਹ ਜ਼ੁਬਾਨ ਤੋਂ ਮੁਸਕਰਾਉਂਦੇ ਪਏ ਨੇ। ਚਿਹਰੇ ਦੇ ਉੱਪਰ ਇੱਕ ਟਿਕਾਓ ਹੈ, ਕਿਸੇ ਤਰ੍ਹਾਂ ਦੀ ਤਿਉੜੀ ਨਹੀਂ। ਅਤੇ ਗੁਰੂ ਪਿਆਰਿਓ, ਜਦੋਂ ਉਹ ਬੰਦਾ ਬੋਲ ਬੋਲ ਕੇ ਥੱਕਿਆ, ਮਹਾਤਮਾ ਬੁੱਧ ਕਹਿੰਦੇ ਵੀ ਵੇਖ ਲੈ, ਜੇ ਤੇਰੇ ਅੰਦਰ ਹੋਰ ਵੀ ਕਿਸੇ ਕੋਨੇ ਵਿੱਚ ਕੋਈ ਕੂੜਾ ਕਰਕਟ ਰਹਿੰਦਾ ਹੈ ਨਾ, ਕਹਿੰਦੇ ਅੱਜ ਉਹ ਵੀ ਕੱਢ ਲੈ, ਕਿਉਂਕਿ ਇਹ ਤੂੰ ਬੜਾ ਚੰਗਾ ਕੰਮ ਕੀਤਾ ਹੈ। ਆਪਣੇ ਅੰਦਰ ਇੰਨੀ ਕਹਿੰਦੇ ਜ਼ਹਿਰ ਭਰੀ ਫਿਰਦਾ ਸੀ, ਧਿਆਨ ਰੱਖ, ਜੇ ਹਜੇ ਵੀ ਥੋੜ੍ਹੀ ਮੋਟੀ ਜ਼ਹਿਰ ਤੇਰੇ ਅੰਦਰ ਹੈ, ਤੂੰ ਇਹਨੂੰ ਕੱਢ ਦੇ, ਇਹ ਬੜੀ ਚੰਗੀ ਗੱਲ ਹੈ। ਭਾਵ ਆ ਈਰਖਾ ਦੀ, ਫਿੱਕੇ ਬੋਲਾਂ ਦੀ ਜ਼ਹਿਰ ਵੇਖੀ ਕਿਤੇ ਮੇਰੇ ਕੋਲ ਆਇਆ, ਥੋੜ੍ਹੀ ਜਿਹੀ ਵੀ ਬਚਾ ਕੇ ਵਾਪਸ ਨਾ ਲੈ ਕੇ ਜਾਈਂ। ਅੱਜ ਜਿੰਨੀ ਤੇਰੇ ਅੰਦਰ ਜ਼ਹਿਰ ਹੈ, ਈਰਖਾ ਦੀ, ਗੁੱਸੇ ਦੀ, ਕ੍ਰੋਧ ਦੀ, ਉਹ ਆਪਣੇ ਬੋਲਾਂ ਦੇ ਨਾਲ ਸਾਰੀ ਇੱਥੇ ਕੱਢ ਜਾ। ਉਹ ਬੰਦਾ ਕਹਿੰਦੇ 2 ਘੰਟੇ ਬੋਲਿਆ। ਮਹਾਤਮਾ ਬੁੱਧ ਨੇ ਇੱਕੋ ਹੀ ਗੱਲ ਕਹੀ ਵੀ ਵੇਖੀ ਕਿਤੇ ਜ਼ਹਿਰ ਨੂੰ ਬਚਾ ਕੇ ਵਾਪਸ ਘਰੇ ਨਾ ਲੈ ਜਾਈਂ, ਇਹ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗੀ। ਜਿੰਨਾ ਕ੍ਰੋਧ, ਜਿੰਨੀ ਈਰਖਾ ਤੇਰੇ ਵਿੱਚ ਹੈ, ਸਾਰੀ ਇੱਥੇ ਸਾਡੇ ਕੋਲ ਕੱਢ ਜਾ। ਅਤੇ ਕਹਿੰਦੇ ਉਹ ਬੰਦਾ 2 ਘੰਟੇ ਬੋਲਣ ਤੋਂ ਬਾਅਦ, ਝਗੜਾ ਕਰਨ ਤੋਂ ਬਾਅਦ ਆਰਾਮ ਨਾਲ ਘਰ ਨੂੰ ਚਲਾ ਗਿਆ। ਹੁਣ ਰਾਤ ਹੋਈ ਅਤੇ ਅੱਖਾਂ ਦੇ ਵਿੱਚ ਨੀਂਦ ਨਾ ਪਏ, ਇੱਕ ਬੇਚੈਨੀ ਹੈ। ਕਿਉਂ? ਉਹਨੂੰ ਇਹ ਚੇਤੇ ਨਹੀਂ ਵੀ ਮੈਂ ਮਹਾਤਮਾ ਬੁੱਧ ਨੂੰ ਗਾਲਾਂ ਕੱਢੀਆਂ, ਸਿਰਫ ਇੰਨੀ ਗੱਲ ਚੇਤੇ ਹੈ ਵੀ ਉਸ ਮਹਾਨ ਪੁਰਸ਼ ਦੇ ਮੁੱਖ 'ਚੋਂ ਇੱਕ ਸ਼ਬਦ ਨਿਕਲਿਆ ਵੀ ਅੱਜ ਸਾਰੀ ਜ਼ਹਿਰ ਬਾਹਰ ਕੱਢ ਦੇ, ਅੰਦਰ ਕੁਛ ਵੀ ਨਾ ਰੱਖੀ। ਇਹਨੇ 2 ਘੰਟੇ ਗਾਲਾਂ ਕੱਢੀਆਂ, ਇੱਕ ਵੀ ਗਾਲ ਦਾ ਅਸਰ ਮਹਾਤਮਾ ਬੁੱਧ 'ਤੇ ਨਹੀਂ ਹੋਇਆ। ਮਹਾਤਮਾ ਬੁੱਧ ਨੇ 2 ਘੰਟਿਆਂ ਵਿੱਚ ਸਿਰਫ ਇੱਕੋ ਗੱਲ ਕਹੀ, ਅਤੇ ਉਸ ਇੱਕ ਗੱਲ ਨੇ ਇਹਨੂੰ ਸਾਰੀ ਰਾਤ ਵਾਸਤੇ ਬੇਚੈਨ ਕਰ ਦਿੱਤਾ। ਇਹਦਾ ਮਤਲਬ ਫਰਕ ਹੁੰਦਾ ਹੈ ਨਾ ਗੱਲਾਂ ਗੱਲਾਂ ਦੇ ਵਿੱਚ। ਇੱਕ ਨੇ 2 ਘੰਟੇ ਬੋਲਿਆ, ਦੂਜੇ 'ਤੇ ਕੋਈ ਫਰਕ ਨਹੀਂ। ਇੱਕ ਨੇ 2 ਘੰਟਿਆਂ ਵਿੱਚ ਸਿਰਫ ਇੱਕ ਗੱਲ ਕਹੀ ਅਤੇ ਉਹਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ। ਕਦੇ ਇੱਧਰ ਪਾਸਾ ਮਾਰਦਾ, ਕਦੇ ਉੱਧਰ ਪਾਸਾ, ਰਾਤ ਨੂੰ ਨੀਂਦ ਨਹੀਂ ਆਉਂਦੀ ਪਈ। ਸਵੇਰ ਹੋਈ, ਫਿਰ ਭਟਕਦਾ ਰਿਹਾ, ਕਦੇ ਇੱਧਰ ਕਦੇ ਉੱਧਰ। ਰਾਤ ਹੋਈ, ਅਗਲੀ ਰਾਤ ਵੀ ਨੀਂਦ ਨਹੀਂ ਆਈ। ਕੰਨਾਂ ਵਿੱਚ ਸਿਰਫ ਇੱਕੋ ਆਵਾਜ਼ ਚੱਲਦੀ ਪਈ ਹੈ ਵੀ ਇਹ ਅੰਦਰ ਦਾ ਕੂੜਾ ਕਰਕਟ, ਆ ਅੰਦਰ ਦੀ ਜ਼ਹਿਰ ਨੂੰ ਕੱਢ ਦੇ, ਇਹ ਤੇਰੇ ਜੀਵਨ ਨੂੰ ਬਰਬਾਦ ਕਰ ਦੇਵੇਗੀ। ਅੰਦਰ ਕੁਛ ਨਾ ਰੱਖੀ ਇੱਦਾਂ ਦਾ। ਅਤੇ ਕਹਿੰਦੇ ਰਾਤ ਫਿਰ ਨੀਂਦ ਨਹੀਂ ਆਈ। ਇਹਨੇ ਸੋਚਿਆ ਵੀ ਕੀ ਸੀ ਉਸ ਮਹਾਂਪੁਰਖ ਦੇ ਬੋਲਾਂ ਵਿੱਚ ਐਸਾ ਵੀ ਇੱਕ ਗੱਲ ਨੇ ਹੀ ਮੇਰੇ ਅੰਦਰ ਨੂੰ ਹਿਲਾ ਕੇ ਰੱਖ ਦਿੱਤਾ। ਅਤੇ ਗੁਰੂ ਪਿਆਰਿਓ, ਕਹਿੰਦੇ ਅਗਲੀ ਸਵੇਰ ਹੋਈ, ਇਹ ਭੱਜਿਆ ਗਿਆ ਉੱਥੇ ਵੀ ਜਾ ਕੇ ਮਹਾਤਮਾ ਬੁੱਧ ਤੋਂ ਮਾਫੀ ਮੰਗੀਏ। ਅਤੇ ਜਦੋਂ ਉੱਥੇ ਗਿਆ, ਦੇਖਿਆ ਤੇ ਰੁੱਖ ਥੱਲੇ ਕੋਈ ਵੀ ਨਹੀਂ। ਮਹਾਤਮਾ ਬੁੱਧ ਉੱਥੋਂ ਜਾ ਚੁੱਕੇ ਸਨ। ਕਿਸੇ ਨੂੰ ਪੁੱਛਿਆ ਵੀ ਇੱਥੇ ਮਹਾਤਮਾ ਬੁੱਧ ਆਏ ਸਨ, ਕਿੱਥੇ ਚਲੇ ਗਏ? ਅਤੇ ਕਹਿੰਦੇ ਉਹਨਾਂ ਨੇ ਦੱਸਿਆ, ਪੁੱਛਣ ਵਾਲੇ ਨੇ ਦੱਸਿਆ ਵੀ ਉਹ ਤਾਂ ਅਗਲੇ ਪਿੰਡ ਦੇ ਵੱਲ ਚਲੇ ਗਏ ਨੇ, ਕਈ ਕੋਹ ਦੂਰ। ਇਹ ਭੱਜਦਾ ਹੋਇਆ ਪਿੱਛੇ ਤੱਕ ਪਹੁੰਚਿਆ ਅਤੇ ਅਗਾਂਹ ਜਾ ਕੇ ਇੱਕ ਪਿੰਡ ਦੇ ਵਿੱਚ ਇੱਕ ਰੁੱਖ ਥੱਲੇ ਮਹਾਤਮਾ ਬੁੱਧ ਬੈਠੇ ਸਨ। ਅੱਜ 3 ਦਿਨਾਂ ਬਾਅਦ ਮਹਾਤਮਾ ਬੁੱਧ ਨੂੰ ਮਿਲਿਆ ਅਤੇ ਆ ਕੇ ਪੈਰ ਫੜ ਲਏ, ਮਾਫੀ ਮੰਗਣ ਲੱਗ ਪਿਆ। ਉੱਚੀ ਉੱਚੀ ਰੋਂਦਾ ਹੈ ਵੀ ਮਹਾਤਮਾ ਜੀ ਮੈਨੂੰ ਮਾफ़ ਕਰ ਦਿਓ, ਮੈਂ ਬੜਾ ਵੱਡਾ ਪਾਪੀ ਹਾਂ, ਤੁਹਾਨੂੰ ਮਾੜੇ ਬਚਨ ਬੋਲੇ। ਮਹਾਤਮਾ ਬੁੱਧ ਕਹਿੰਦਾ ਜੀ ਤੁਸੀਂ ਕੌਣ ਹੋ? ਇਹ ਬੜਾ ਹੈਰਾਨ ਹੋਇਆ। ਕਹਿੰਦੇ ਜੀ ਹਜੇ ਸਿਰਫ 2 ਦਿਨ ਹੋਏ ਨੇ, 3ਜਾ ਦਿਨ ਅੱਜ ਸ਼ੁਰੂ ਹੋਇਆ ਹੈ। ਆ 2 ਦਿਨ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਕੋਲ ਖੜ ਕੇ ਮਾੜੇ ਬਚਨ ਬੋਲੇ ਸਨ, ਗਾਲਾਂ ਕੱਢੀਆਂ ਸਨ, ਫਿੱਕਾ ਬੋਲਿਆ ਸਾਂ, ਤੁਸੀਂ ਇੰਨੀ ਛੇਤੀ ਮੈਨੂੰ ਭੁੱਲ ਗਏ? ਮਹਾਤਮਾ ਬੁੱਧ ਕਹਿੰਦੇ ਇਹ ਤਾਂ ਤੁਸੀਂ ਫਿਰ ਇੱਕ ਗਲਤੀ ਹੋਰ ਕਰਦੇ ਪਏ ਹੋ, ਇੱਕ ਗੁਨਾਹ ਹੋਰ ਕਰਦੇ ਪਏ ਹੋ। ਕਹਿੰਦੇ ਜੀ ਕਿਹੜਾ ਗੁਨਾਹ? ਕਹਿੰਦੇ ਪਹਿਲਾਂ ਤੁਸੀਂ ਗੁਨਾਹ ਕੀਤਾ, ਗਾਲਾਂ ਕੱਢੀਆਂ, ਅਤੇ ਹੁਣ ਦੂਸਰਾ ਗੁਨਾਹ ਕਰਦੇ ਪਏ ਹੋ, ਉਹਦੇ ਪਛਤਾਵੇ ਵਿੱਚ ਜ਼ਿੰਦਗੀ ਬਰਬਾਦ ਕਰੀ ਜਾਂਦੇ ਹੋ।
3 ਦਿਨਾਂ ਬਾਅਦ ਵੀ ਹਜੇ ਉੱਥੇ ਹੀ ਉਸੇ ਰੁੱਖ ਥੱਲੇ ਖੜੇ ਹੋ ਜਿੱਥੇ ਮੈਂ ਪਹਿਲੇ ਬੈਠਾ ਸਾਂ। ਵੀ ਮੈਂ ਤੇ ਜਦੋਂ ਤੁਸੀਂ ਮੈਨੂੰ ਗਾਲਾਂ ਕੱਢੀਆਂ ਸਨ ਮੈਂ ਉੱਥੇ ਹੀ ਝਾੜ ਦਿੱਤੀਆਂ ਸਨ, ਤੁਸੀਂ ਹਜੇ ਵੀ ਸਭ ਕੁਝ ਨਾਲ ਲਈ ਫਿਰਦੇ ਹੋ। ਇੱਦਾਂ ਆਤਮਿਕ ਜੀਵਨ ਦੀ ਤਰੱਕੀ ਨਹੀਂ ਹੋਏਗੀ। ਜੋ ਕੁਝ ਤੂੰ ਸੁਣਿਆ ਹੈ, ਜੋ ਕੁਝ ਤੂੰ ਕਿਹਾ ਹੈ, ਉਹਨੂੰ ਉੱਥੇ ਹੀ ਛੱਡ ਦੇ। ਕਿਉਂਕਿ ਜੋ ਕੁਝ ਅਸੀਂ ਤੇਰੇ ਤੋਂ ਸੁਣਿਆ ਸੀ 2 ਘੰਟੇ, ਅਸੀਂ ਆਪਣੇ ਅੰਦਰ ਕੁਝ ਵੀ ਨਹੀਂ ਰੱਖਿਆ, ਅਸੀਂ ਉਸ ਜ਼ਹਿਰ ਨੂੰ ਉੱਥੇ ਹੀ ਝਾੜ ਕੇ ਆ ਗਏ ਸਾਂ। ਆਤਮਿਕ ਜੀਵਨ ਦੀ ਅਗਾਂਹ ਵਾਲੀ ਪੌੜੀ 'ਤੇ ਆ ਗਏ ਸਾਂ, ਤੂੰ ਹਜੇ ਉੱਥੇ ਹੀ ਤੁਰਿਆ ਫਿਰਦਾ ਹੈ। ਕਿਉਂਕਿ ਗੁਰੂ ਪਿਆਰਿਓ, ਜਿਹੜੇ ਬੰਦੇ ਦੇ ਅੰਦਰ ਆਤਮਿਕ ਸੁੱਖ ਆ ਜਾਂਦਾ ਹੈ ਨਾ, ਉਹ ਕਦੇ ਵੀ ਦੁਨੀਆ ਦੇ ਵਿੱਚੋਂ ਕਿਸੇ ਵੀ ਤਾਕਤ ਦੁਆਰਾ ਦੁਖੀ ਨਹੀਂ ਕੀਤਾ ਜਾ ਸਕਦਾ। ਹੁਣ 2 ਘੰਟੇ ਕਿਸੇ ਦੇ ਕੌੜੇ ਬੋਲ ਸੁਣਨੇ ਕੀ ਬੰਦੇ ਦਾ ਅੰਦਰ ਨਹੀਂ ਦੁਖੇਗਾ? ਪਰ ਮਹਾਤਮਾ ਬੁੱਧ ਕੋਲ ਕਿਹੜਾ ਉਹ ਅੰਦਰ ਦਾ ਸੁੱਖ ਹੋਏਗਾ ਵੀ ਇੱਕ ਬੰਦਾ ਆਇਆ, ਬਿਨਾਂ ਮਤਲਬ ਤੋਂ ਗਾਲੀ ਗਲੋਚ ਕੀਤਾ ਅਤੇ ਉਹਦੇ ਬਿਨਾਂ ਕਹੇ ਉਹਨੂੰ ਮੁਆਫ ਵੀ ਕਰ ਦਿੱਤਾ, ਬਖਸ਼ ਵੀ ਦਿੱਤਾ ਵੀ ਕੋਈ ਗੱਲ ਨਹੀਂ, ਤੇਰੇ ਅੰਦਰ ਜ਼ਹਿਰ ਸੀ, ਤੂੰ ਕੱਢ ਦਿੱਤੀ। ਇਹ ਸਿਰਫ ਅੰਦਰ ਦਾ ਆਤਮਿਕ ਸੁੱਖ ਹੀ ਇਹ ਜੀਵਨ ਬੰਦੇ ਨੂੰ ਦੇ ਸਕਦਾ ਹੈ। ਬਾਹਰੀ ਤੌਰ 'ਤੇ ਬੰਦਾ ਕਿਸੇ ਦਾ ਓਏ ਸ਼ਬਦ ਵੀ ਨਹੀਂ ਸੁਣਦਾ ਹੁੰਦਾ। ਬਾਹਰੀ ਸੁੱਖ ਵਾਲਾ ਅੰਦਰ ਹੰਕਾਰ ਪੈਦਾ ਕਰਦਾ ਹੈ। ਜਿਹਦੇ ਅੰਦਰ ਅੰਤਰੀਵ ਸੁੱਖ ਆ ਜਾਏ, ਹਜ਼ੂਰ ਕਹਿੰਦੇ ਉਹ ਕਦੇ ਵੀ ਹੰਕਾਰ ਦੇ ਵਿੱਚ ਨਹੀਂ ਆਉਂਦਾ, ਉਹਦਾ ਜੀਵਨ ਦੁਨੀਆ ਤੋਂ ਨਿਆਰਾ ਅਤੇ ਵੱਖਰਾ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹੀਏ। ਸਤਿਗੁਰੂ ਸਾਹਿਬ ਕਹਿੰਦੇ ਵੀ ਵੇਖੋ, ਭਾਵੇਂ ਪਰਿਵਾਰ ਚਲਾ ਗਿਆ, ਪਰਿਵਾਰ ਵਾਰਿਆ, 4 ਪੁੱਤ ਚਲੇ ਗਏ, ਫੌਜ ਨਹੀਂ ਰਹੀ, ਤਖਤ ਵੀ ਨਹੀਂ ਰਿਹਾ, ਜ਼ਿੰਦਗੀ ਦੇ ਸਾਰੇ ਸੁੱਖ ਵੀ ਚਲੇ ਗਏ, ਪਰ ਸੱਚ ਕਰਕੇ ਜਾਣਿਓ, ਜਿਹਦੇ ਕੋਲ ਅੰਤਰੀਵ ਸੁੱਖ ਹੈ ਉਹ ਕੰਡਿਆਂ ਦੇ ਉੱਪਰ ਵੀ ਮਖਮਲੀ ਗੱਦਿਆਂ ਵਰਗਾ ਆਨੰਦ ਮਾਣ ਲੈਂਦਾ ਹੈ। ਜਿਹਦੇ ਕੋਲ ਅੰਤਰੀਵ ਸੁੱਖ ਹੈ, ਹਜ਼ੂਰ ਕਹਿੰਦੇ ਉਹਦੇ ਕੋਲ ਭਾਵੇਂ ਬਾਹਰੀ ਤੌਰ 'ਤੇ ਚੰਗੇ ਵਸਤਰ ਨਾ ਹੋਣ, ਪਰ ਉਹ ਪਾਟੇ ਹੋਏ ਵਸਤਰਾਂ ਵਿੱਚੋਂ ਵੀ ਰੇਸ਼ਮੀ ਵਸਤਰਾਂ ਵਰਗਾ ਆਨੰਦ ਮਾਣ ਲੈਂਦਾ ਹੈ। ਪਰ ਜਿਹਦੇ ਅੰਦਰ ਅੰਤਰੀਵ ਸੁੱਖ ਨਹੀਂ, ਉਹ ਬੰਦਾ ਭਾਵੇਂ ਮਖਮਲੀ ਸੇਜਾਂ 'ਤੇ ਵੀ ਕਿਉਂ ਨਾ ਸੌਂਦਾ ਹੋਵੇ, ਪਾਤਸ਼ਾਹ ਕਹਿੰਦੇ ਜ਼ਿੰਦਗੀ ਕੰਡਿਆਂ ਵਰਗੀ ਹੁੰਦੀ ਹੈ। ਅੰਤਰੀਵ ਸੁੱਖ ਨਹੀਂ, ਭਾਵੇਂ ਰੇਸ਼ਮੀ ਕੱਪੜੇ ਪਾ ਲਏ ਸਰੀਰ ਦੇ ਉੱਪਰ, ਹਜ਼ੂਰ ਕਹਿੰਦੇ ਉਹ ਰੇਸ਼ਮੀ ਕੱਪੜੇ ਵੀ ਉਹਦੇ ਵਾਸਤੇ ਅੱਗ ਦੇ ਬਰਾਬਰ ਹੁੰਦੇ ਨੇ। ਹੁਣ ਵੇਖੋ, ਕਲਗੀਧਰ ਪਾਤਸ਼ਾਹ ਦਾ ਜੀਵਨ, 4 ਪੁੱਤ ਸਨ, 4 ਚਲੇ ਗਏ, ਮਾਤਾ ਸੀ ਬਜ਼ੁਰਗ, ਪਿਤਾ ਸਨ, ਉਹ ਵੀ ਬਾਹਰ ਦਿੱਤੇ ਗਏ, ਪਰਿਵਾਰ ਦਾ ਸਭ ਕੁਝ ਅਨੰਦਪੁਰ ਸਾਹਿਬ ਚਲਾ ਗਿਆ। ਕਿੰਨਾ ਕੁਝ ਕੰਡਿਆਂ ਦੇ ਉੱਪਰ ਨੰਗੇ ਪੈਰੀ ਤੁਰਨਾ ਪਿਆ, ਕੰਡਿਆਂ 'ਤੇ ਰਾਤ ਬਿਤਾਉਣੀ ਪੈ ਗਈ। ਅਤੇ ਜਦੋਂ ਪੁੱਛਿਆ ਸਤਿਗੁਰੂ ਕੀ ਤੁਹਾਡੇ ਜੀਵਨ ਵਿੱਚ ਦੁੱਖ ਹੈ, ਤਾਂ ਮੇਰੇ ਪਾਤਸ਼ਾਹ ਕਹਿੰਦੇ ਨਹੀਂ, ਵੀ ਇਹ ਕੋਈ ਦੁੱਖ ਦੱਖ ਨਹੀਂ ਹੈ, ਦੁੱਖ ਮਾਲਕ ਦੇ ਨਾਮ ਦਾ ਵਿਸਰ ਜਾਣਾ ਹੈ। ਜੇ ਸਾਡੇ ਕੋਲ ਸਭ ਕੁਝ ਹੁੰਦੇ ਹੋਏ ਮਾਲਕ ਦੀ ਯਾਦ ਵਿਸਰਦੀ ਹੈ, ਸਤਿਗੁਰੂ ਸਾਹਿਬ ਕਹਿੰਦੇ ਇਹਦੇ ਤੋਂ ਵੱਡਾ ਦੁਖੀ ਸੰਸਾਰ ਵਿੱਚ ਕੋਈ ਨਹੀਂ। ਹਜ਼ੂਰ ਦੇ ਬਚਨ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਪਰਸੋ। ਉਹ ਕਹਿੰਦੇ ਵੇਖੋ, ਹੁਣ ਭਾਵੇਂ ਮੇਰੇ ਕੋਲ ਸਾਜੋ ਸਮਾਨ ਨਹੀਂ ਰਿਹਾ, ਆਨੰਦਪੁਰ ਦਾ ਤਖਤ ਨਹੀਂ ਰਿਹਾ, ਨਾ ਫੌਜ ਵੀ ਨਹੀਂ ਰਹੀ ਮੇਰੀ, ਨਾ ਤਖਤ ਵੀ ਨਹੀਂ ਰਿਹਾ, ਪਰਸੋਂ ਕੁਛ ਵੀ ਨਹੀਂ ਰਿਹਾ, ਪਰ ਫਿਰ ਵੀ ਹਜ਼ੂਰ ਕਹਿੰਦੇ ਮੇਰੇ ਕੋਲ ਸਾਰਾ ਕੁਝ ਹੈ। ਆਖੋ ਸਤਨਾਮ। ਕਿਉਂਕਿ ਅੰਦਰ ਆਤਮਿਕ ਆਨੰਦ ਹੈ। ਜਿਹਦੇ ਅੰਦਰ ਸੁੱਖ ਹੈ ਉਹਨੂੰ ਬਾਹਰੋਂ ਤੌਰ 'ਤੇ ਕੋਈ ਵੀ ਕਦੇ ਦੁਖੀ ਨਹੀਂ ਕਰ ਸਕਦਾ। ਜਿਹੜਾ ਬੰਦਾ ਸਿਰਫ ਬਾਹਰੋਂ ਸੁਖੀ ਹੈ, ਬਾਹਰ ਦਾ ਸੁੱਖ ਤੇ ਹਜ਼ੂਰ ਕਹਿੰਦੇ ਅੱਜ ਹੈ, ਅਗਲੇ ਪਲ ਦਾ ਕੀ ਭਰੋਸਾ ਵੀ ਇਹਨੇ ਰਹਿਣਾ ਹੈ ਕਿ ਨਹੀਂ ਰਹਿਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜੇ ਅੱਜ ਦੇ ਸੁੱਖ ਦੀ ਗੱਲ ਕੀਤੀ, ਉਹ ਸਦੀਵੀ ਸੁੱਖ ਹੈ। ਅਤੇ ਉਹ ਸੁੱਖ ਮਿਲਣਾ ਕਿੱਥੋਂ ਹੈ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੋ ਸੁੱਖ ਕਉ ਚਾਹੈ ਸਦਾ, ਸਦੀਵੀ ਸੁੱਖ ਚਾਹੀਦਾ ਹੈ। ਉਹ ਸੁੱਖ ਵੀ ਤੇਰੀ ਜ਼ਿੰਦਗੀ ਦੇ ਵਿੱਚੋਂ ਕੁਛ ਮਰਜ਼ੀ ਚਲਾ ਜਾਏ, ਪਰ ਤੇਰੇ ਅੰਦਰ ਦੀ ਸ਼ਾਂਤੀ ਨੂੰ ਉਹ ਹਿਲਾ ਨਾ ਸਕੇ। ਆਪਾਂ ਆਪਣੇ ਜੀਵਨ ਦੀ ਪੜਚੋਲ ਕਰੀਏ ਗੁਰੂ ਪਿਆਰਿਓ। ਆਪਾਂ ਆਪਣੇ ਅੰਦਰ ਨੂੰ ਪੁੱਛੀਏ ਵੀ ਮਨਾ, ਤੇਰੇ ਕੋਲ ਕੋਈ ਇੱਦਾਂ ਦਾ ਸੁੱਖ ਹੈ ਵੀ ਮੰਨ ਲੈ ਅੱਜ ਤੇਰੀ ਜ਼ਿੰਦਗੀ ਵਿੱਚੋਂ ਸਭ ਕੁਝ ਚਲਾ ਗਿਆ, ਤੂੰ ਜਿਹੜੇ ਪੁੱਤ ਨੂੰ ਲਾਡਾਂ ਨਾਲ ਪਾਲਿਆ ਉਹ ਰੱਬ ਨੇ ਤੇਰੇ ਤੋਂ ਵਾਪਸ ਲੈ ਲਿਆ, ਜਿਹੜੀ ਜ਼ਮੀਨ ਤੂੰ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਮਰਜ਼ੀ ਯਤਨ ਕੀਤਾ ਬਣਾ ਲਈ, ਮੰਨ ਲੈ ਕੱਲ੍ਹ ਨੂੰ ਤੇਰੇ ਕੋਲ ਉਹ ਵੀ ਚਲੀ ਗਈ।
जिस जीवन साथी दे नाल तू रहिंदा पिया, तेरा वो जीवन साथी भी तेरे कोलों चला गया। की तेरे कोल ये सब तो बाद कोई इदां दा प्रबंध है भी तेरे अंदर नूं जो तैनूं टिकाओ दे सके, जां सिर्फ इन्हां नाल ही तेरा सुख जुड़िया है भी जे ते जीवन साथी है तो जिंदगी जिंदगी है, जे जमीन जायदाद है घर परिवार है तां जिंदगी जिंदगी है, नहीं फिर जिंदगी कोई भी जिंदगी नहीं। मैं बेनती करां गुरु प्यारिओ, जदों बंदा इन्हां चीज़ां नूं ही सुख समझ लैंदा है ना, बाहरी चीज़ां नूं, पैसे नूं, दौलत नूं, जमीन नूं, परिवार नूं, वो बंदा कदे भी अंदर दा सुख लै नहीं सकेगा। इस दुर्लभ देही नूं व्यर्थ गवाएगा। आ तुसीं वेखो जिन्नियां आत्म हत्यावां हुंदियां ने, इहदे पिछे इक्को ही कारण हुंदा है भी ये सिर्फ शरीरां नाल जुड़ के सुख भालदा सी ते शरीरां चों सुख नहीं मिलिया ते समझदा भी हुण कुछ रिहा नहीं ते आत्म हत्या कर लैंदा है। अज भी जेड़े वीर दा अंतिम अरदास होनी है, उन्हें भी तो आत्म हत्या ही की है ना। पर ये पिछला कारण की है? हुण कोई कहता जी 1.5 लाख रुपया करजा सी, इहदा मतलब सी भी जे पैसा है, करजा उतरिया फिर जिंदगी जीण दा आनंद है, जे करजा नहीं उतरदा पिया तो कोई भी कदम चुक लो। इहदा मतलब आ जिहड़ा इन्ना कीमती जीवन मालक जी ने दिता है, अज इहदी कीमत असीं 1.5 लाख तो भी घटा दिती है। पातशाह कहंदे ये तेरा जीवन अमोलक है, बड़ा कीमती, तो इन्हूं छोटे छोटे सुखां दे पिछे या छोटे छोटे दुखां दे करके इदां अजाई ना गवा, क्योंकि ये इक्को एक दात ऐसी है जे एक बार हथों खुस जाए। पातशाह कहंदे इस पौड़ी ते जो नर चुकै आए जाए, दुख पाए दा कहंदे उदों बाद जीवन विच कदे सुख नहीं आउंदा। ये मनुखा दे बड़ी कीमती है गुरु प्यारिओ, इनू इदां व्यर्थ ना गवाइए। जिंदगी दे विच इदां दे बड़े पड़ा हर एक दी जिंदगी विच आउंदे ने, जिथे जाके ना बंदा सोचदा भी सब कुछ खत्म हो गया। पर सियाणे कहंदे ने ना भी बंदा बंदे दी दारू हुंदा है। गुरु प्यारिओ कदे भी कोई इदां दा ख्याल हिरदे विच आउंदा है ते अपने आप नूं कदे उस समय विच इकल्ला ना छड्डीए। चाहे किसी रुख नाल ही गल कर लईए, किसी दोस्त मित्र नाल, अपना जीवन साथी। हुण पति पत्नी का रिश्ता कला रोटियां लाउण वास्ते या खेत गेड़ा मारन वास्ते थोड़ा बनिया हुंदा है। पति पत्नी का मतलब की है भी अपनी जिंदगी का हर दुख हर सुख उहदे नाल साझा किया जाए। ये रिश्ते बने ही इस वास्ते ने भी तेरी जिंदगी विच कोई तकलीफ आवे तो तेरे सहाई होणगे, उन्हां नाल साझा कर लईए। क्योंकि ये मन बड़ा पापी है, ये सिर्फ लहरां वर्गे ख्याल पैदा करता है। एक बार लहर उठती जरूर है भी आ हो जाए, पर जे बंदा 2 मिनट टल जाए ना गुरु प्यारिओ, वो अंदर की लहर शांत हो जाती है। ये जिहड़े आत्म हत्यावां जां जिन्ना भी कोई भी बंदा गलत कदम चुकदा है, उहदे पिछे इक्को ही कारण हुंदा है भी ये कितों बाहरों सुख लभदा सी, इहनूं मिलिया नहीं तो इहने जिंदगी बर्बाद कर लई। तुसी इतिहास पढ़ो, तवारीख फरोलो, आदि काल तो लैके जदों तो ये संसार बनिया, तुसी कदे भी इदां दा इतिहास नहीं पढ़ोगे भी किसी रब की बंदगी करने वाले ने आत्म हत्या की होवे। कदे नहीं की। आत्म हत्या वो कदे नहीं करते। क्यों? क्योंकि उन्हां कोल उन्होंने पता है भी जीवन कितना कीमती है, तो इस जीवन नूं किसी दे लेखे ते उन्होंने ला दिता, पर किसी संसारी दुख करके जिंदगी नूं बर्बाद नहीं किया। सच करके जानियो गुरु प्यारिओ, मेरे गुरु तेग बहादुर पातशाह कहते दुर्लभ मानुख दे, ये दे जिहड़ी है ना तैनूं मिली शरीर, ये बड़ा दुर्लभ बड़ा कीमती है। इनू दुनिया के छोटे छोटे दुखों करके व्यर्थ ना गवा। क्यों ना कोई इदां दा सुख लभ जाए जिथे दुनिया के सारे दुख छोटे जापन लग पैण। कलगीधर पातशाह कोल इदां दा की सी भी आनंदपुर चला गया, 4 पुत चले गए, माँ चली गई, परिवार के 27 जी चले गए 1 हफ्ते दे विच। फिर भी कहते ने भी परमात्मा तेरी मौज दे विच बड़ा आनंद है। मित्र प्यारे नूं हाल मुरीदां दा कहना, मैं कहना कितनी वड्डी अवस्था होएगी। साडा 1000 रुपया डुब जाए, सानू रात नूं बुखार चढ़ जाता है भी इन्ना वड्डा नुकसान।
ਕਲਗੀਆਂ ਵਾਲੇ ਦੇ ਤੇ 4 ਲਾਲ ਜਿਹੜੇ ਹੱਥਾਂ ਵਿੱਚ ਖਿਡਾਏ ਸਨ, ਲਾਡਾਂ ਨਾਲ ਪਾਲੇ ਸਨ, ਜਿਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਪਾਤਸ਼ਾਹ ਮਾਤਾ ਗੁਜਰੀ ਜੀ ਨੇ ਬਾਣੀ ਕੰਠ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਉਹਨਾਂ ਦੇ ਕੋਈ ਚਾਅ ਨਹੀਂ ਹੋਣਗੇ। ਗੁਰੂ ਪਿਆਰਿਓ, ਜਦੋਂ ਉਹ ਹੱਥੋਂ ਗਏ ਹੋਣਗੇ, ਕਿੱਡਾ ਕੁ ਵੱਡਾ ਜਿਗਰਾ ਕੀਤਾ ਹੋਣਾ ਕਲਗੀਧਰ ਪਾਤਸ਼ਾਹ ਨੇ। ਅੰਦਰ ਦਾ ਜੇ ਆਤਮਿਕ ਆਨੰਦ ਸਾਡੇ ਕੋਲ ਹੈ, ਅੰਦਰ ਦਾ ਸੁੱਖ ਸਾਡੇ ਕੋਲ ਹੈ, ਦੁਨੀਆ ਦਾ ਕੋਈ ਵੀ ਦੁੱਖ ਉਹਨੂੰ ਅੰਦਰੋਂ ਹਿਲਾ ਨਹੀਂ ਸਕੇਗਾ। ਪਰ ਜੇ ਅੰਦਰ ਦਾ ਆਨੰਦ ਨਹੀਂ, ਇੱਕ ਨਿੱਕਾ ਜਿਹਾ ਹਵਾ ਦਾ ਬੁੱਲਾ ਆਇਆ ਤੇ ਅੰਦਰ ਨੂੰ ਤੜਕਾ ਕੇ ਰੱਖ ਜਾਏਗਾ। ਗੁਰੂ ਪਿਆਰਿਓ, ਭਰੋਸਾ ਰੱਖੀਏ ਆਪਣੇ ਪਿਆਰੇ ਸਤਿਗੁਰੂ ਤੇ। ਆ ਤੁਸੀਂ ਬਚਨ ਪੜ੍ਹਦੇ ਹੋ ਨਾ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਸਾਰੇ ਬੋਲੋ ਗੁਰੂ ਪਿਆਰਿਓ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ। ਪਰਮਾਤਮਾ ਦੀ ਸ਼ਰਨ ਦੇ ਵਿੱਚ ਹਜ਼ੂਰ ਕਹਿੰਦੇ ਤੱਤੀ ਵਾਹ ਵੀ ਨਹੀਂ ਲੱਗਦੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ। ਹੁਣ ਤੱਤੀ ਵਾਹ ਦਾ ਮਤਲਬ ਕੀ ਹੈ? ਕੀ ਹਵਾ ਨੂੰ ਆਉਣ ਤੋਂ ਰੋਕ ਸਕਦੇ ਹਾਂ ਅਸੀਂ ਜੀ? ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਕਹਿੰਦੇ ਨਾ ਤੇਰੇ ਆਲੇ ਦੁਆਲੇ ਪਰਮਾਤਮਾ ਇੱਕ ਲਕੀਰ ਖਿੱਚਦਾ ਹੈਗਾ। ਰਾਮਕਾਰ ਦਾ ਅਰਥ ਵੈਸੇ ਤਾਂ ਜਦੋਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਉਹਨੂੰ ਲਛਮਣ ਰੇਖਾ ਕਹਿੰਦੇ ਸਨ। ਕਹਿੰਦੇ ਵੀ ਉਹ ਲਛਮਣ ਨੇ ਇੱਕ ਰੇਖਾ ਖਿੱਚੀ ਤੇ ਸੀਤਾ ਨੂੰ ਕਿਹਾ ਵੀ ਤੂੰ ਇਸ ਰੇਖਾ ਤੋਂ ਬਾਹਰ ਨਾ ਜਾਈਂ, ਤੈਨੂੰ ਕੋਈ ਖਤਰਾ ਨਹੀਂ ਹੋਏਗਾ। ਇਹ ਇਤਿਹਾਸ ਵਿੱਚ ਪੜ੍ਹਦੇ ਆ ਨਾ। ਪਰ ਕਹਿੰਦੇ ਵੇਖੋ, ਉਹ ਬਚਨ ਦੀ ਉਲੰਘਣਾ ਭਾਵੇਂ ਸੀਤਾ ਨੇ ਕਰ ਦਿੱਤੀ, ਉਦੋਂ ਬਾਅਦ ਲੜਾਈ ਹੋਈ, ਝਗੜਾ ਹੋਇਆ, ਕਿੰਨਾ ਨੁਕਸਾਨ ਹੋਇਆ। ਕਹਿੰਦੇ ਇੱਕ ਲਕੀਰ ਨਾ ਗੁਰੂ ਵੀ ਆਪਣੇ ਸਿੱਖ ਦੇ ਚੌਗਿਰਦੇ ਖਿੱਚਦਾ ਹੈ। ਚੌਗਿਰਦ ਹਮਾਰਾ ਰਾਮਕਾਰ, ਸਿੱਖ ਦੇ ਜੀਵਨ ਦੇ ਦੁਆਲੇ ਇੱਕ ਲਕੀਰ ਖਿੱਚ ਦਿੰਦਾ ਹੈ, ਜਿਹਦੇ ਕਰਕੇ ਦੁੱਖ ਲੱਗਾ ਨਾ ਭਾਈ। ਹੁਣ ਜਿਹੜੀ ਲਕੀਰ ਲਛਮਣ ਨੇ ਖਿੱਚੀ ਹੈ, ਕਹਿੰਦੇ ਉਹਦੇ ਤੋਂ ਤੇ ਹਵਾ ਇੱਧਰ ਉੱਧਰ ਆ ਜਾ ਸਕਦੀ ਹੈ, ਪਰ ਜਿਹੜੀ ਲਕੀਰ ਗੁਰੂ ਸਿੱਖ ਦੇ ਜੀਵਨ ਵਿੱਚ ਖਿੱਚਦਾ ਹੈ, ਕਹਿੰਦੇ ਤੱਤੀ ਵਾਹ ਵੀ ਉਸ ਲਕੀਰ ਨੂੰ ਪਾਰ ਨਹੀਂ ਕਰ ਸਕਦੀ। ਆਖੋ ਸਤਨਾਮ। ਕਿੱਡੀ ਵੱਡੀ ਸੁਰਤ ਹੈ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਉਹ ਕਹਿੰਦੇ ਜਿਹੜੀ ਲਕੀਰ ਗੁਰੂ ਖਿੱਚਦਾ ਹੈ ਨਾ, ਉਸ ਲਕੀਰ ਨੂੰ ਤੱਤੀ ਵਾਹ ਵੀ ਪਾਰ ਨਹੀਂ ਕਰ ਸਕਦੀ। ਪਰ ਕਿਹਦੇ ਅੱਗੇ ਖਿੱਚਦਾ ਹੈ ਗੁਰੂ? ਸਤਿਗੁਰੂ ਸਾਹਿਬ ਕਹਿੰਦੇ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਜਿਹੜਾ ਸ਼ਰਨ ਦੇ ਵਿੱਚ ਆਉਂਦਾ ਹੈ। ਤੇ ਸ਼ਰਨ ਵਿੱਚ ਆਉਣ ਦਾ ਮਤਲਬ ਇਕੱਲਾ ਬੈਠਣਾ ਨਹੀਂ ਹੁੰਦਾ। ਸ਼ਰਨ ਦੇ ਵਿੱਚ ਆਉਣ ਦਾ ਮਤਲਬ ਇਕੱਲਾ ਮੱਥਾ ਟੇਕਣਾ ਨਹੀਂ ਹੁੰਦਾ। ਕਹਿੰਦੇ ਜਿੱਦਣ ਤੂੰ ਅੰਤਰ ਆਤਮੇ ਤੋਂ ਗੁਰੂ ਨਾਲ ਜੁੜ ਗਿਆ, ਸਮਝ ਲਈ ਉਦਣ ਤੂੰ ਗੁਰੂ ਦੀ ਸ਼ਰਨ ਵਿੱਚ ਹੈ। ਤੇ ਜਿਸ ਦਿਨ ਗੁਰੂ ਦੀ ਸ਼ਰਨ ਵਿੱਚ ਆਇਆ, ਤਾਤੀ ਵਾਓ ਨਾ ਲੱਗਈ, ਦੁੱਖਾਂ ਦੀ ਵਾਹ ਵੀ ਹਜ਼ੂਰ ਕਹਿੰਦੇ ਤੈਨੂੰ ਪੋਹ ਨਹੀਂ ਸਕੇਗੀ, ਛੂਹ ਨਹੀਂ ਸਕੇਗੀ। ਆਪਣੇ ਗੁਰੂ ਤੇ ਭਰੋਸਾ ਕਰ, ਸ਼ਰਨ ਰਾਮ ਕੀ ਲੈ, ਪਰਮਾਤਮਾ ਦੀ ਸ਼ਰਨ ਵਿੱਚ